उन्हें शायर ने क्या नहीं है कोई चीज़ न कमी इस ज़माने में, कोई बुरा नहीं कुदरत के कारखाने में, ਜ਼ਬਰਦਸਤ। जो गाया सो जमाया ते अफसल आया। दुनिया के दरिंद फरिंद चरिंद हवानात अल्लाह ताला ज़ात ने किस मकसद वास्ते पैदा किए ने। मईयां सारियां चंगियां होंदियां ने लेकिन साईं उत्ते चंगे होने चाहिए। सारी दुनिया ही कामयाब है, ऐ नहीं कि फलाना आदमी नहीं कामयाब, सारी दुनिया कामयाब है जे दिल जोई ना काम करे। देसी आदमी ना असीं देसी गल चलना जी आपे खुद इस्तेमाल करनी। ऐ जमीन गिल्ली है ना असीं डरदे हां जी ना दवाई देनी। सानूं पता कि मौसम खुलेगा गर्मी होगी थोड़ी हारी फिर असीं दवाई देवांगे दवाई खारज हो जानी। अगर जमीन गिल्ली है ना रात में जो डंगर ने बहना ना पैर रात तो बाद ठंड हो जाती, जो ठंड हो जाती दवाई अंदर बह जाती। डॉक्टर कदे भी नहीं मशवरा दिंदा। सरों का तेल जो एलर्जी को आंदा है, ठीक है, सरों का तेल एलर्जी खत्म कर देंदा बंदे इंसान दी नहीं। अच्छा हाँ लेकिन सरों के तेल दे विच विटामिन सी हुंदी है ते जिस वक्त इंसान अपने जिस्म नूं लांदा है ते बीमारी कोल खत्म हो जाती। असीं डंगर नूं 3 वारी लाने आ तेल छोटे जावां नूं ते ओहदे नाल अल्लाह फजल कर दिंदा ठीक हो जांदा। अस्सलाम वालेकुम। वालेकुम सलाम। अंकल जी की हाल है? अल्लाह दा फजल है दुआ शुक्र ज़ात। जनाब दा की नाम है? मनीर अहमद। ਮਨੀਰ ਸਾਹਿਬ ਮਾਸ਼ਾਅੱਲਾ ਤੁਹਾਡੇ ਬਾਰੇ ਚ ਸੁਣਿਆ ਤੁਹਾਡਾ ਕਾਫੀ ਤਜਰਬਾ ਹੈ ਜਾਨਵਰਾਂ ਦਾ। आमीन। ਤੇ ਸਰ ਇਹ ਦੱਸੋ ਕਿ ਜਾਨਵਰਾਂ ਦਾ ਕਾਰੋਬਾਰ ਕੈਸਾ ਹੈ? ठीक है बेहतर। ਤੇ ਮਾਸ਼ਾਅੱਲਾ ਤੁਸੀਂ ਕੀ ਜਾਣਦੇ ਹੋ ਜਾਨਵਰਾਂ ਦੇ ਮੁਤਲਕ ਸਾਡੇ ਨਾਜ਼ਰੀਨ ਨੂੰ ਦੱਸੋ ਉਹਨਾਂ ਦੇ ਬਾਰੇ ਚ। ਅਸੀਂ ਤੇ ਇੱਕ ਜ਼ਿਮੀਂਦਾਰ ਤਬਕੇ ਨਾਲ ਤਲਕ ਰੱਖਣੇ ਆ ਜੋ ਕੁਝ ਸਾਨੂੰ ਇਲਮ ਹੈ ਜੀ ਜੀ ਉਹ ਤੇ ਇਹਨੂੰ ਰੱਖਣਾ ਫਾਇਦਾ ਲੇਕਿਨ ਇਹਦੀ ਪਰਵਰਿਸ਼ ਕਰਨੀ ਵੀ ਵਾਜਬ ਹੈ ਕਿ ਪਰਵਰਿਸ਼ ਦੀ ਹੋਏਗੀ ਫਿਰ ਹੀ ਕੰਮ ਚੱਲੇਗਾ। ਅਗਰ ਪਰਵਰਿਸ਼ ਸਹੀ ਨਹੀਂ ਹੋਈ ਇਹਨੂੰ ਮੌਕੇ ਸਿਰ ਪਾਣੀ ਨਹੀਂ ਪਿਲਾਇਆ ਗਿਆ ਜਾਂ ਮੌਕੇ ਸਿਰ ਮਤਲਬ ਦਵਾਈ ਨਹੀਂ ਦਿੱਤੀ ਗਈ ਇਹਨੂੰ ਜਿਹੜੀ ਦਵਾਈ ਦੀ ਹਕੀਕਤ ਰੱਖਦਾ ਹੈ ਕਿ ਚਾਹੀਦੀ ਹੈ ਇਹਨੂੰ ਬਿਮਾਰ ਹੀ ਹੋ ਜਾਂਦਾ ਦਵਾਈ ਚਾਹੀਦੀ। ਅਗਰ ਮਤਲਬ ਤੰਦਰੁਸਤ ਤੇ ਮੌਸਮ ਦੇ ਟੀਕੇ ਚਾਹੀਦੇ ਸਾਲ ਦੇ 4 ਮੌਸਮ ਨੇ ਇਹਨਾਂ ਨੂੰ ਮੌਸਮ ਦੇ ਲਿਹਾਜ਼ ਦੇ ਨਾਲ ਦਵਾਈ ਪਿਲਾਉਣੀ ਚਾਹੀਦੀ ਹੈ। ਵੈਕਸੀਨ ਹੋਣੀ ਚਾਹੀਦੀ ਮੌਕਰ ਦੀ ਹੋਣੀ ਚਾਹੀਦੀ ਹੈ। ਠੀਕ ਹੈ। ਗਲ ਘੋਟ ਦੀ ਵੈਕਸੀਨ ਹੋਣੀ ਚਾਹੀਦੀ ਹੈ। ਹੂੰ ਫਿਰ ਨਸ਼ਾ ਨੂੰ ਪਾਉਂਦਾ ਫਿਰ ਤਾਕਤ ਚਾਹੇਗਾ ਜਦੋਂ ਤਾਕਤ ਚਾਹੇਗਾ ਫਿਰ ਦੁੱਧ ਵੀ ਦੇਗਾ ਇਹਦੀ ਡੋਜ਼ ਮੁਕੰਮਲ ਹੋਏਗੀ। ਜੀ ਜੀ ਜੇ ਕਿਸੇ ਚੀਜ਼ ਦੀ ਡੋਜ਼ ਮੁਕੰਮਲ ਨਾ ਹੋਏ ਤੇ ਫਿਰ ਉਹਦੀ ਖੁਰਾਕ ਪੂਰੀ ਨਹੀਂ ਹੁੰਦੀ। ਅੱਛਾ ਇਹਨਾਂ ਨੂੰ ਬਿਮਾਰੀਆਂ ਵਿੱਚ ਜਿਹੜੀ ਮੇਨ ਚੀਜ਼ ਜਿਹੜੀ ਇਹਨਾਂ ਦੇ ਇਫੈਕਟ ਕਰਦੀ ਹੈ ਪਰਾਲੀ ਉਹਦਾ ਕੀ ਅਸਰਾਤ ਨੇ ਇਹਨਾਂ ਦੇ? ਪਰਾਲੀ ਜਿਸ ਵਕਤ ਜ਼ਿਮੀਂਦਾਰ ਜਿਹੜਾ ਸਾਡਾ ਭਾਈ ਹੈ ਉਹਦੇ ਸਪਰੇਅ ਕਰਦਾ ਫਲ ਦੀ ਜਿੰਨੀ ਚਿਰ ਤਾਂ ਸੁੱਕੀ ਹੁੰਦੀ ਡੰਗਰ ਖਾ ਖੂ ਲੈਂਦੇ ਨੇ ਫਿਰ ਤੇ ਬਿਹਤਰ। ਜਿਸ ਵਕਤ ਉਹ ਬਾਰਿਸ਼ ਪੈ ਜਾਂਦੀ ਗਿੱਲੀ ਹੋ ਜਾਂਦੀ ਕੋਈ ਸੁੱਕੀ ਤੇ ਕੋਈ ਗਿੱਲੀ ਉਹ ਮੇਜ਼ੇ 'ਤੇ ਫਾਇਟ ਕਰਦੀ ਹੈ। ਮੇਜ਼ੇ ਜਦੋਂ ਫਾਇਟ ਹੁੰਦਾ ਕਿ ਨਾਲ ਨਹੀਂ ਤੇ ਜਾਨਵਰ ਜਿਹੜਾ ਨਾ ਉਹਨੂੰ ਬਿਮਾਰੀ ਕੋਡ ਅਸਰ ਹੋ ਜਾਂਦਾ। ਇੱਕ ਨਹੀਂ ਉਹ ਪੁੱਛਲ ਦਾ ਸੁੱਜਣਾ ਕੰਨਾਂ ਦਾ ਸੁੱਜਣਾ ਨਾਸਾਂ ਦਾ ਸੁੱਜਣਾ ਪੈਰਾਂ ਦਾ ਸੁੱਜਣਾ ਜਾਂ ਉਹਦਾ ਜ਼ਾਹਰ ਹੋਣਾ ਕਿ ਸਾਈਡਾਂ ਤੋਂ ਵਾਲਾਂ ਦਾ ਭੁਰ ਜਾਣਾ ਇਹ ਬਿਮਾਰੀ ਕੋਡ ਵਿੱਚ ਆਉਂਦਾ ਹੈ। ਫਿਰ ਜਦੋਂ ਬਿਮਾਰੀ ਕੋਡ 'ਚ ਆ ਜਾਂਦਾ ਤਾਂ ਲੂਜ਼ਗੀ ਹੋ ਜਾਂਦੀ ਫਿਰ ਨਾ ਤਾਂ ਦੁੱਧ ਦੀ ਮਿਕਦਾਰ ਹੀ ਰਹਿੰਦੀ ਉਹ ਕਿਹੜੀ ਤੇ ਨਾ ਡੰਗਰ ਦੀ ਸਿਹਤ ਹੀ ਸੜ ਜਾਂਦੀ। ਤੇ ਸਾਰਾ ਜਿਹੜੀ ਕੋੜ ਦੀ ਬਿਮਾਰੀ ਹੈ ਇਹਦਾ ਕੋਈ ਦੇਸੀ ਇਲਾਜ ਹੈ? ਨਹੀਂ ਇਹਦਾ ਦੇਸੀ ਇਲਾਜ ਹੈ। ਦੇਸੀ ਇਲਾਜ ਇਹਦਾ ਕਿ ਇੰਡੀਅਨ ਕੋੜ ਜੀਰੀ ਇਸਤੇਮਾਲ ਕਰਨੀ ਕਿ ਨਾ ਤੇ ਕੋੜ ਮਤਲਬ ਕੋੜ ਲੈ ਲਈ ਅੱਧਾ ਕਿਲੋ ਨਾ ਮਤਲਬ ਕੋੜ ਲੈ ਲਈ ਉਹਨੂੰ 4 ਕਿਲੋ ਪਾਣੀ ਪਾ ਲਿਆ ਉਹ ਪਾਣੀ 'ਚ ਗਲ ਜਾਏ ਫਿਰ ਕੋੜ ਦੀ ਕੋੜ ਰਹਿ ਗਈ ਫਿਰ ਉਹਦੇ ਪਾਣੀ ਪਾਇਆ ਵਿੱਚ ਜੀਰੀ ਪਾ ਲਈ ਕਿੰਨੇ 100 ਗ੍ਰਾਮ ਜੇ 100 ਗ੍ਰਾਮ ਜੀਰੀ ਪਾ ਲਈ ਫਿਰ 2 ਡੰਗਰਾਂ ਇਸਤੇਮਾਲ ਕਰਕੇ ਦੇਖ ਲਈ ਫਿਰ ਉਹ ਕੋੜ ਤੇ ਜਮਾ ਹੀ ਰਹਿਣ ਦੇਣੀ ਲੇਕਿਨ ਜੀਰੀ ਉਹਦੇ ਰੋਜ਼ਾਨਾ ਪਾਈ ਕਿ ਨਾਲ ਤੇ ਸਿਆਲ ਦੇ ਦਿਨ ਹੋਣ ਸਰਦੀ ਦੇ ਤੇ ਉਹਦੇ 'ਚ ਇਹਨੂੰ ਇਸਤੇਮਾਲ ਕਰੋ ਬਲਕਿ ਅੱਧਾ ਕਿਲੋ ਕੋੜ 100 ਡੰਗਰ ਵਾਸਤੇ ਵੀ ਕਾਫੀ ਕਿਉਂਕਿ ਮਤਲਬ ਜ਼ਹਿਰੀਲੀ ਹੁੰਦੀ ਤੇ ਜੇ ਜ਼ਹਿਰੀਲੀ ਹੁੰਦੀ ਹੈ ਤੇ ਆ ਚੀਜ਼ਾਂ ਵਾਸਤੇ ਮਫੀਦ ਹੈ। ਕੋਈ ਵੀ ਕੋੜੀ ਚੀਜ਼ ਜਿਹੜੀ ਹੈ ਉਹਨੂੰ ਖਾਈਏ ਉਹਦੇ ਨਾਲ ਜਿਹੜਾ ਮਤਲਬ ਜ਼ਹਿਰ ਹੈ ਖਤਮ ਹੋ ਜਾਂਦਾ। ਪੈਨਾ ਸਲਫੇਟ ਵੀ ਇੱਕ ਐਸੀ ਚੀਜ਼ ਹੈ ਜਿਹੜੀ ਕਿਤੇ ਇਸਤੇਮਾਲ ਕੀਤੀ ਜਾਂਦੀ ਹੈ ਵਜ਼ਨ ਦੇ ਮੁਤਾਬਕ ਜਿਹੜਾ ਡੰਗਰ ਦਾ ਵਜ਼ਨ ਉਹਦੇ ਮੁਤਾਬਕ। ਅੱਛਾ ਤੇ ਇਹ ਜਿਹੜਾ ਤੁਸੀਂ ਨੁਸਖਾ ਦੱਸਿਆ ਇਹ 2 ਦਫਾ ਇਸਤੇਮਾਲ ਕਰਨਾ ਹੈ ਜਾਂ ਕਿੰਨੀ ਦਫਾ ਇਸਤੇਮਾਲ ਕਰਨਾ ਹੈ? ਨਹੀਂ 2 ਦਫਾ ਕਿਨਾਂ 2 ਦਫਾ ਇੱਕ ਦਫਾ ਕੀਤਾ ਹੈ ਫਿਰ 7-8 ਦਿਨ ਤੋਂ ਬਾਅਦ ਫਿਰ ਕੀਤਾ ਉਸ ਚੀਜ਼। ਠੀਕ ਹੈ। ਹਾਂ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਹੋ ਕਿ 4 ਮੌਸਮ ਨੇ ਤੇ ਜਾਨਵਰਾਂ ਨੂੰ ਬਿਮਾਰੀ ਹੁੰਦੀ ਹੈ ਇਹਨਾਂ ਦੀ ਵੈਕਸੀਨੇਸ਼ਨ ਕਰੀਦੀ ਹੈ। ਹਰ ਮੌਸਮ 'ਚ ਕਿਹੜੀ ਵੈਕਸੀਨੇਸ਼ਨ ਕਰਨੀ ਹੈ? ਮੈਂ ਕਹਿੰਦਾ ਕਿ ਜਿਹੜਾ ਨਾ ਮੂੰਹ ਖੋਰ ਉਹਦੀ ਤੇ ਵੈਕਸੀਨ ਇੱਕ ਵਾਰੀ ਕੀਤੀ ਸਾਲ ਵਾਸਤੇ ਕਾਫੀ ਹੈ। ਜਿਹੜਾ ਗਲ ਘੁੱਟ ਦੀ ਵੈਕਸੀਨ ਉਹ ਅਸੀਂ ਸਾਲ 'ਚ 2 ਦਫਾ ਕਰਨੇ ਆ ਲੇਕਿਨ ਮਜ਼ੀਦ ਇਹ 'ਚ ਅਸੀਂ ਦਵਾਈਆਂ ਵੀ ਪਿਲਾਉਂਦੇ ਇਹਨਾਂ ਨੂੰ ਕਿ ਦਵਾਈਆਂ ਮਤਲਬ ਜਿਗਰ ਦੇ ਕੀੜੇ ਅੱਛਾ ਮੇਦੇ ਦੇ ਕੀੜੇ ਅੰਦਰੂਨੀ ਕੀੜੇ ਔਰ ਬਰੂਨੀ ਕੀੜੇ ਇੱਕ ਬਰੂਨੀ ਕੀੜੇ ਇਹਨਾਂ ਵਾਸਤੇ ਫਿਰ ਮਤਲਬ ਡਾਕਟਰ ਨਾਲ ਸਾਨੂੰ ਮਤਲਬ ਜੇ ਮੈਡੀਕਲ ਸਟੋਰ ਇਹਨਾਂ ਨਾਲ ਗੱਲਬਾਤ ਕਰਨੀ ਉਹ ਸਾਨੂੰ ਫਿਰ ਟੀਕੇ ਦੱਸਦੇ ਨੇ ਉਹਦੇ ਮੁਤਾਬਕ ਅਸੀਂ ਟੀਕੇ ਇਸਤੇਮਾਲ ਕਰਨੇ ਆ ਅੱਲਾ ਫਜ਼ਲ ਕਰਦੇ। ਤੇ ਸਰ ਕਿੰਨੇ ਅਰਸੇ ਬਾਅਦ ਤੁਸੀਂ ਆ ਜਿਹੜੇ ਅੰਦਰੂਨੀ ਤੇ ਬੇਰੂਨੀ ਕੀੜੇ ਨੇ ਇਹਨਾਂ ਦੇ ਇੰਜੈਕਸ਼ਨ ਲਗਵਾਉਂਦੇ ਹੋ? 6 ਮਹੀਨੇ ਬਾਅਦ। 6 ਮਹੀਨੇ ਬਾਅਦ। ਮਾਸ਼ਾਅੱਲਾ ਤੁਹਾਡਾ ਜਾਨਵਰਾਂ ਦਾ ਚੋਖਾ ਹੀ ਤਜਰਬਾ ਹੈ। ਇਸ ਤੋਂ ਇਲਾਵਾ ਜਾਨਵਰਾਂ ਨੂੰ ਕਿਹੜੀ ਬਿਮਾਰੀ ਹੁੰਦੀ ਹੈ ਜ਼ਿਆਦਾਤਰ ਤੇ ਉਹਨਾਂ ਦੇ ਕੋਈ ਦੇਸੀ ਇਲਾਜ ਕਿਹੜੇ ਨੇ?
ਬਿਮਾਰ ਡੰਗਰਾਂ ਨੂੰ ਬਹੁਤ ਹੀ ਜ਼ਿਆਦਾ ਬਿਮਾਰੀ ਜਿਹੜੀ ਥਣਾ ਦੀ ਬਿਮਾਰੀ ਇਸਤੇਮਾਲ ਹੁੰਦੀ ਹੈ। ਥਣਾ ਦੀ ਬਿਮਾਰੀ ਵੀ ਕੋਹੜ ਤੋਂ ਸ਼ੁਰੂ ਹੁੰਦੀ ਹੈ। ਅੱਛਾ ਥਣਾ ਦੀ ਬਿਮਾਰੀ ਜਿਹੜੀ ਕੋਹੜ ਤੋਂ ਸ਼ੁਰੂ ਹੁੰਦੀ ਹੈ ਕਿ ਨੱਕ ਗਦਾ ਦਾ ਇਸਤੇਮਾਲ ਹੋਣਾ, ਥਣਾ ਦਾ ਸੁੱਜ ਜਾਣਾ। ਜਦੋਂ ਥਣ ਸੁੱਜ ਜਾਂਦੇ ਨੇ ਫਿਰ ਉਹਨਾਂ ਉੱਤੇ ਦਵਾਈਆਂ ਟੀਕੇ ਇਸਤੇਮਾਲ ਕਰਨੇ ਪੈਂਦੇ ਸਾਨੂੰ। ਆਮ ਤੌਰ ਦੇ ਉੱਤੇ ਅਸੀਂ ਨਿੰਬੂ ਇਸਤੇਮਾਲ ਕਰਨੇ ਆ। ਅੱਛਾ ਦੇਸੀ ਘਿਓ ਕਾਲੇ ਮਿਰਚ ਇਸਤੇਮਾਲ ਕਰਨੇ ਆ ਅਤੇ ਟੀਕੇ ਵੀ ਵਿਟਨ ਵਗੈਰਾ ਇਸਤੇਮਾਲ ਕਰਨੇ ਆ। ਇਹ ਸਾਰਾ ਜਿਹੜਾ ਤੁਸੀਂ ਦੇਸੀ ਇਲਾਜ ਕਹਿ ਰਹੇ ਹੋ, ਨਿੰਬੂ ਹਾਂ, ਤੇ ਹੋਰ ਉਹ ਮਿਰਚ ਕਹੀ ਜੇ ਜਿਹੜੇ ਨਿੰਬੂ ਇਹ ਅਸੀਂ 2 ਕਿਲੋ ਦੁੱਧ ਲੈਂਦੇ ਆ। ਜੀ 2 ਕਿਲੋ ਦੁੱਧ ਦੇ ਵਿੱਚ ਜਿਹੜਾ ਅੱਧਾ ਕਿਲੋ ਨਿੰਬੂ ਪਾ ਲੈਂਦੇ ਆ। ਠੀਕ ਹੈ। ਉਹਦੇ ਉੱਤੇ ਜਿਹੜਾ ਆਪਣਾ ਬਰਤਨ ਰੱਖਣੇ ਆ, ਢੱਕ ਦਿੰਦੇ ਆ। ਜਦੋਂ ਸੁਬਾਹ ਹੁੰਦੀ ਹੈ ਤਾਂ ਉਹਨੂੰ ਰਿੜਕਨੇ ਆ। ਹੂੰ ਜਿਸ ਵਾਰ ਰਿੜਕ ਕੇ ਮਤਲਬ ਤੇ ਜਿਹੜਾ ਉਹਦਾ ਦੁੱਧ ਹੁੰਦਾ ਉਹਦੇ ਥੋੜ੍ਹਾ ਪਾਣੀ ਪਾਇਆ, ਪਾ ਕੇ ਉਹਨੂੰ ਡਿਆ। ਅੱਛਾ ਸ਼ਾਮ ਦੇ ਟਾਈਮ ਦੇ ਉੱਤੇ ਅਸੀਂ ਕਾਲੀ ਮਿਰਚ ਤੇ ਦੇਸੀ ਘਿਓ ਇਸਤੇਮਾਲ ਕਰਨੇ ਆ। ਉਹਦਾ ਤਰੀਕਾ ਇਸਤੇਮਾਲ ਕੀ ਹੈ? ਇਹੋ ਤਰੀਕਾ ਜਿਹੜਾ ਦੱਸਿਆ ਤੁਹਾਨੂੰ ਜੀ ਕਿ ਮਤਲਬ ਦੇਸੀ ਘਿਓ ਲਿਆ, ਦੁੱਧ ਲਿਆ, ਦੁੱਧ ਲੈ ਕੇ ਉਹਨੂੰ ਮਤਲਬ ਦੁੱਧ ਨੂੰ ਗਰਮ ਕੀਤਾ, ਵੀ ਦੇਸੀ ਘਿਓ ਪਾਇਆ ਉਹਦੇ ਤੇ ਵਿੱਚ ਕਾਲੇ ਮਾਝੇ ਨਖੀ ਤੱਕ ਜਿਹੜੀ ਤੱਕ ਪਾ ਕੇ ਦੁੱਧ। ਅੱਛਾ ਅੰਕਲ ਜੀ, ਜਿਹੜਾ ਡੰਗਰ ਦੁੱਧੋਂ ਨਹੀਂ ਟੁਰਦਾ ਕੋਈ ਵੀ ਤੇ ਜਿਹੜਾ ਡੰਗਰ ਜੋੜ ਨਹੀਂ ਸੁੱਟਦਾ ਕੋਈ ਵੀ, ਇਹਨਾਂ ਦੋਵਾਂ ਦਾ ਕੋਈ ਦੇਸੀ ਇਲਾਜ ਦੱਸ ਦਿਓ। ਸਰ ਇਹਨਾਂ ਦਾ ਇਲਾਜ ਦੱਸਣ ਤੋਂ ਪਹਿਲੇ ਆ ਦੱਸੋ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਪਹਿਲੀ ਗਜ਼ਾ ਦਸੀ ਹੈ ਉਹ ਕਿੰਨੇ ਦਿਨ ਦੇਣੀ ਹੈ? ਹਾਂ, ਇਹ ਕਿੰਨੇ ਦਿਨ ਦੇਣੀ? ਇਹ ਹਫ਼ਤੇ ਦੇ ਤੇ ਤਕਰੀਬਨ ਅਸੀਂ ਕੋਈ 6-7 ਦਿਨ ਦੇਣੇ ਆ। ਅੱਛਾ 6-7 ਦਿਨ ਇਸਤੇਮਾਲ ਕਰਨੇ ਆ, ਫਿਰ ਅੱਲਾ ਫਜ਼ਲ ਕਰ ਦਿੰਦਾ। 6-7 ਦਿਨ ਯਾਨੀ ਕਿ ਕਾਫੀ ਹੈ। ਹਾਂ, ਕਾਫੀ। ਇੱਕ ਸਾਡੇ ਵੀਡੀਓ ਵੇਖਣ ਵਾਲੇ ਦੋਸਤ ਨੇ ਉਹ ਕਹਿੰਦੇ ਨੇ ਕਿ ਅਗਰ ਕੋਈ ਮੱਝ ਜਾਂ ਗਾਂ ਉਹ ਖਲੋਂਦੀ ਨਹੀਂ, ਬਾਰ-ਬਾਰ ਫਿਰ ਜਾਂਦੀ ਏ, ਉਹਨੂੰ ਕੀ ਕੋਈ ਦੇਸੀ ਚੀਜ਼ ਦੇਣੀ ਚਾਹੀਦੀ ਹੈ? ਉਹਦੇ ਤੇ ਅਸੀਂ ਹਲਦੀ ਇਸਤੇਮਾਲ ਕਰਨੇ ਆ 5 ਕਿਲੋ। ਹਲਦੀ ਜਿਹੜੀ 5 ਕਿਲੋ ਹੰਡੀ ਦੀ ਮਤਲਬ ਹਲਦੀ ਜਿਹੜੀ ਹੁੰਦੀ ਹੈ ਉਹਨੂੰ ਅੱਧਾ ਕਿਲੋ ਹਲਦੀ ਲੈਣਾ, ਲੇਕਿਨ ਮੌਸਮ ਗਰਮੀ ਦਾ ਹੋਵੇ, ਗਰਮੀ ਦਾ ਮੌਸਮ ਹੋਵੇ। ਹਲਦੀ ਅਸੀਂ ਲੈ ਲੈਂਦੇ ਅੱਧਾ ਕਿਲੋ ਹਲਦੀ ਲਈ ਕੁੱਟੀ ਉਹਨੂੰ ਦੇ ਦਿੱਤੀ। ਉਹ ਹਲਦੀ ਦੇ ਮਤਲਬ ਦੇਣ ਨਾਲ ਵੀ ਡੰਗਰ ਖਲੋ ਜਾਂਦਾ। ਫਿਰ ਇਹਦੇ ਅਸੀਂ ਇਹਦੇ ਤੇ ਐਲਪਰੋਮੀਡ ਟੀਕਾ ਉਹ ਅਸੀਂ ਇਸਤੇਮਾਲ ਕਰਨੇ 3 ਸੀਸੀ, ਜਿਹਦੇ ਨਾਲ ਅੰਦਰ ਮਤਲਬ ਜਿਹੜਾ ਬੱਚੇਦਾਨੀ ਉਹਦੇ ਵਿੱਚ ਸੋਜਸ਼ ਹੋ ਗਈ ਹੁੰਦੀ ਜਾਂ ਉਹਦੇ ਤੇ ਚਰਬੀ ਹੋ ਗਈ ਹੁੰਦੀ, ਉਹ ਟੀਕਾ ਉਹਨੂੰ ਖੋਰ ਦਿੰਦਾ। ਉਹਦੇ ਤੋਂ ਮਤਲਬ ਚਰਬੀ ਜਿਹੜੀ ਨੇ ਖਾਰਜ ਹੁੰਦੀ ਹੈ 2 ਦਿਨ 3 ਦਿਨ 4 ਦਿਨ। ਉਹਦੇ ਬਾਅਦ ਫਿਰ ਡੰਗਰ ਜਿਹੜਾ ਨਾ ਬਾਹਰ ਜਾਂਦਾ, ਜਿਸ ਵੇਲੇ ਬਾਹਰ ਜਾਂਦਾ ਤੇ ਅਸੀਂ ਉਹਨੂੰ ਨਹੀਂ ਕਰਾਉਂਦੇ, ਫਿਰ ਉਹਦੇ ਬਾਅਦ ਕਰਾਉਂਦੇ ਇਹਦਾ ਲੱਗ ਫਰਕ ਕਰ ਦਿੰਦਾ। ਠੀਕ ਹੈ, ਮਾਸ਼ਾਅੱਲਾ। ਅੱਛਾ, ਤੇ ਅਗਰ ਸਰਦੀ ਹੋਏ ਤੇ ਫਿਰ ਕੀ ਦੇਣਾ? ਗਰਮੀ 'ਚ ਤੇ ਹਲਦੀ ਗਿਆ ਜੇ, ਤੇ ਸਰਦੀ 'ਚ ਕੀ ਦੇਣਾ? ਗਰਮੀ 'ਚ ਸਰਦੀ 'ਚ ਹੀ ਦੇਣਾ। ਜੇ ਸਰਦੀ ਹੋਏ ਤੇ ਫਿਰ ਇਹਦੇ ਤੇ ਡਲਮੋਵਟਾਲ ਟੀਕਾ ਇਸਤੇਮਾਲ ਕਰਨੇ ਆ। ਦੇਸੀ ਚੀਜ਼ ਕੋਈ ਨਹੀਂ ਸਰਦੀਆਂ ਵਾਸਤੇ? ਨਹੀਂ, ਦੇਸੀ ਚੀਜ਼ ਸਾਡੇ ਕੋਲ ਕੋਈ ਨਹੀਂ ਹੁੰਦੀ, ਫਿਰ ਅਸੀਂ ਟੀਕਾ ਇਸਤੇਮਾਲ ਕਰਨੇ। ਅੱਛਾ, ਜਿਹੜਾ ਡੰਗਰ ਦੁੱਧੋਂ ਨਹੀਂ ਟੁਰਦਾ ਕੋਈ, ਉਹਦੇ ਵਾਸਤੇ ਕੀ ਦੇਸੀ ਇਲਾਜ ਹੈ? ਕੋਈ ਕੀ ਖੁਰਾਕ ਦੇਸੀ ਦਿੰਦੇ ਹੋ? ਜਿਹੜਾ ਡੰਗਰ ਦੁੱਧੋਂ ਨਹੀਂ ਟੁੱਟਦਾ ਤੇ ਅਸੀਂ ਉਹਦੇ ਵਾਸਤੇ ਕੀ ਕੰਮ ਕਰਨੇ ਜੀ? ਉਹਨੂੰ ਕੀ ਕੋਈ ਖੁਰਾਕ ਦੇਣੀ ਚਾਹੀਦੀ? ਲਾਚੀਆਂ ਜਿਹੜੀਆਂ ਨਾ, ਲਾਚੀਆਂ ਕੁੱਟ ਕੇ ਨਾ ਹੂੰ ਤੇ ਲਾਚੀਆਂ ਨੂੰ ਪਹਿਲਾਂ ਲੈ ਲੈਣੀਆਂ, ਉਹਨੂੰ ਗਰਮ ਕਰਕੇ ਮਤਲਬ ਇਹ ਤੇ ਜਦੋਂ ਲਾਲ ਹੋ ਜਾਣ ਲਾਚੀਆਂ, ਕਾਲੀਆਂ ਨਾ ਹੋਣ, ਤੇ ਉਹਨੂੰ ਰੱਖ ਕੇ ਤੇ ਕੁੱਟ ਲੈਣੇ। ਕੁੱਟ ਕੇ ਫਿਰ ਉਹਨਾਂ ਨੂੰ ਕਾੜੇ ਦੇ ਤੌਰ 'ਤੇ ਇਸਤੇਮਾਲ ਕਰਨੇ ਆ। 1 ਕਿਲੋ ਲਾਚੀ ਖਾ ਜਾਏ ਮਈ ਤੇ ਉਹ ਅੱਲਾ ਦੇ ਫਜ਼ਲ ਨਾਲ ਦੁੱਧ ਦੇਣਾ ਸ਼ੁਰੂ ਕਰ ਦਿੰਦੇ ਲਾਚੀ ਮੋਟੀ। ਤੇ ਜਿਹੜਾ ਡੰਗਰ ਜੋੜ ਨਹੀਂ ਸੁੱਟਦਾ ਕੋਈ ਵੀ? ਜਿਹੜਾ ਡੰਗਰ ਜੋਰ ਨਹੀਂ ਸੁੱਟਦਾ ਜੀ। ਉਹਦੇ ਤੇ ਨਿਊ ਯੂਟਰਸ ਪਾਊਡਰ ਇਸਤੇਮਾਲ ਕਰਨੇ ਆ। 3 ਪੈਕਟ ਉਹਦਾ ਕੀਤਾ ਤੇ ਥੋੜ੍ਹਾ ਜਿਹਾ ਗਰਮ ਪਾਣੀ ਪਾ ਕੇ 1 ਕਿਲੋ ਉਹਦੇ ਨਿਊ ਯੂਟਰਸ ਪਾਊਡਰ ਪਾ ਕੇ ਤੇ 1 ਦਿਨ ਦਿਓ, ਦੂਸਰੇ ਦਿਨ ਦਿਓ, ਤੀਸਰੇ ਦਿਨ ਜੇ ਯੂ ਹਾਸੀ ਖਾਰਜੀ ਹੁੰਦੀ, ਲੇਕਿਨ ਉਹਦੇ ਚੀਨੀ ਇਸਤੇਮਾਲ ਕਰਨੀ। ਚਲੋ ਠੀਕ ਹੋ ਗਿਆ ਬਾਈ। ਮਾਸ਼ਾਅੱਲਾ ਸਰ, ਕਾਫੀ ਕੀਮਤੀ ਗੱਲਾਂ ਦੱਸਦੇ ਹੋ ਪਏ। ਮੱਝਾਂ ਦੇ ਬਾਰੇ 'ਚ ਵੀ ਤੁਸੀਂ ਚੋਖਾ ਜਾਣਦੇ ਹੋ। ਜਿਹੜੀ ਚੰਗੀ ਨਸਲ ਦੀ ਮੱਝ ਏ ਉਹਦੀ ਕੋਈ ਖੂਬੀ ਦੱਸੋ, ਪਹਿਚਾਣ ਦੱਸੋ, ਤਾਂ ਕਿ ਜਿਹੜਾ ਨਵਾਂ ਬੰਦਾ ਲੈਣ ਜਾਂਦਾ ਹੈ ਉਹਦੀ ਰਹਿਨਮਾਈ ਹੋਈਏ। ਕਿਹੜੀ ਚੀਜ਼ਾਂ ਦਾ ਖਿਆਲ ਰੱਖਿਓ ਜੇ ਮੱਝ ਲੈਣ ਜਾਂਦਾ? ਜਦੋਂ ਮੱਝ ਲੈਣ ਜਾਂਦਾ ਤੇ ਕਿਹੜੀ ਚੀਜ਼ ਦਾ ਖਿਆਲ ਜੀ ਚੰਗੀ ਨਸਲ ਪਹਿਲੇ ਦੱਸੋ ਨਾ ਕਿਹੜੀ? ਦੇ ਗੱਲ ਸੁਣ ਮੇਰੀ, ਉਹਨੇ ਸ਼ਾਇਰ ਨੇ ਕਿਹਾ नहीं है कोई चीज़ न कमी इस ज़माने में, कोई बुरा नहीं कुदरत के कारखाने में, ਜ਼ਬਰਦਸਤ। जो गाया सो जमाया ते अफजल आया। दुनिया के दरिंद फरिंद चरिंद हवानात अल्लाह ताला ज़ात ने किस मकसद वास्ते पैदा कीते ने। मईयां सारियां चंगियां होंदियां ने, लेकिन साईं उत्ते चंगे होने चाहिए। जिंदाबाद। साईं चंगे होण। मैं कहना कि एक किलो गिरी होवे, 1 किलो चिट्टा जीरा होवे। गिरी ਨੂੰ ਗ੍ਰਾਈਂਡਰ ਕਰ ਲੈਣਾ, ਜੀਰੇ ਨੂੰ ਗ੍ਰਾਈਂਡ ਕਰਨਾ, ਸੌਂਫ ਵੀ ਗ੍ਰਾਈਂਡ ਕਰ ਲੈਣੇ। ਇਹਦੇ 'ਚੋਂ 50 ਗ੍ਰਾਮ ਜੀਰਾ, 50 ਗ੍ਰਾਮ ਸੌਂਫ ਔਰ ਪਾ ਇੱਕ ਗਿਰੀ ਲੈ ਗਈ। ਇਹਨਾਂ ਦਾ ਕਾੜਾ ਬਣਾ ਕੇ ਮੈਨੂੰ ਦੇਖ ਜੀ ਕਿ 6 ਮਹੀਨੇ ਦੀ ਵੀ ਆਟਾ ਨਾ ਸੁੱਕੀ ਉਸ ਵੇਲੇ। ਠੀਕ ਹੋ ਗਿਆ ਜੀ। ਜ਼ਿੰਦਾਬਾਦ। ਤੇ ਚੰਗੀ ਨਸਲ ਦੀ ਕੋਈ ਪਹਿਚਾਣ ਵੀ ਦੱਸ ਛੜੋ ਨਾ, ਉਹਦਾ ਕੋਈ ਮੈਂ ਤੁਹਾਨੂੰ ਦੱਸਾਂ ਵੀ ਮਈਆਂ ਦੁੱਧ ਕਰਦੀਆਂ ਨੇ, ਹੈਂ ਜੇ ਮਾਲਕ ਸਾਹਮਣੇ ਮਾਲਕ ਸਾਂਭਣ ਤੇ
ਦੇਸੀ ਵੀ ਰੱਬ ਦੀਆਂ ਬਣਾਈਆਂ ਤੇ ਬਾਰੀ ਵੀ ਰੱਬ ਦੀਆਂ ਬਣਾਈਆਂ ਨੇ ਦੇਸੀ ਰਹੀਆਂ ਨਹੀਂ ਹਾਂ ਤੇ ਇਹ ਸਾਰੀਆਂ ਦੁੱਧ ਪੀਆਂ ਕਰਦੀਆਂ ਸਾਈਂ ਉੱਤੇ ਹੁਣ ਸਾਈਂ ਨਹੀਂ ਉੱਤੇ ਆਉਂਦੇ ਚੰਗੀਆਂ ਵੀ ਭੈੜੀਆਂ ਪੈ ਜਾਣੀਆਂ ਅੰਕਲ ਜੀ ਖੁਰਾਕ ਬੜੀ ਡਿਪੈਂਡ ਕਰਦੀ ਹੈ ਇਸ ਚੀਜ਼ ਤੇ ਜਾਨਵਰ ਕੋ ਦੁੱਧ ਲੈਣ ਵਾਸਤੇ ਹਾਂ ਤੁਸੀਂ ਜਿਹੜੀ ਖੁਰਾਕ ਹੈ ਉਹ ਚੰਗੀ ਕਿਹੜੀ ਚੀਜ਼ ਨਾਲ ਜਿਹੜੀ ਤੂੜੀ ਵੰਡਾ ਖੁਰਾਕ ਚੰਗੀ ਹੈ ਜਾਂ ਸਬਜ਼ ਚਾਰਾ ਠੀਕ ਹੈ ਨਾਲ ਕੰਮ ਤੇ ਕੰਮ 20 ਸਿਰ ਜਿਹੜਾ ਨਾ ਮਤਲਬ ਵੀ ਹਰਾ ਪੱਠਾ 12 ਮੇਸ਼ ਮਿਲੇ ਜੀ ਤੇ ਡੰਗਰ ਨੂੰ ਜਿਹੜਾ ਨਾ 8 ਕਿਲੋ ਖੁਰਾਕ ਮਿਲੇ ਜਿੰਨਾ ਦੁੱਧ ਆਖੋਂ ਨਾ ਪੈ ਜਾਂਦਾ ਲੇਕਿਨ ਵਕਤ ਦੇ ਨਾਲ ਨਾਲ ਇਹਨਾਂ ਦੀ ਦੇਖਭਾਲ ਹੋਵੇ ਟੀਕੇ ਦਵਾਈਆਂ ਇਸਤੇਮਾਲ ਕੀਤੇ ਜਾਣ ਤੇ ਅੱਲਾ ਫਜ਼ਲ ਕਰਦਾ ਹੈ ਚਲੋ 20 ਕਿਲੋ ਤੇ ਹੋ ਗਿਆ ਨਾ ਸਬਜ਼ ਚਾਰਾ ਹੈਂ ਆ ਤੇ ਹੁਸ਼ਕ ਚਾਰਾ ਕਿੰਨਾ ਤੇ ਵੰਡਾ ਕਿੰਨਾ ਇੱਕ ਮੱਝ ਵੰਡਾ ਨੂੰ 3 ਕਿਲੋ ਵੀ ਤੂੜੀ ਹੋਏ ਨਾ 2-2.5 ਕਿਲੋ ਤੂੜੀ ਹੋਏ ਵਿੱਚ ਵੰਡਾ ਲਾਇਆ ਹੋਲੇ ਹੈ 2 ਟਾਈਮ ਲਾਇਆ ਤੇ ਵੰਡਾ ਚਲੋ ਬੇਟਾ ਠੀਕ ਹੋ ਜੀ ਤੇ ਵੰਡਾ ਸਰ ਕਿਹੜਾ ਇਸਤੇਮਾਲ ਕਰਦੇ ਹੋ ਵੰਡਾ ਅਸੀਂ ਚਾਰੇ ਇਸਤੇਮਾਲ ਕਰਨੇ ਛੋਲੇ ਦਾ ਕਰਾ ਵੀ ਕਰਨੇ ਮਸਲਾਂ ਦੀ ਸੂੜੀ ਕਰਨੇ ਚੋਕਰ ਕਰਨੇ ਆ ਤੇ ਵੜੇਵੇਂ ਦੀ ਖਾਲ ਵੀ ਕਰਨੇ ਆ ਵੜੇਵੇਂ ਦੀ ਖਾਲ ਜਿਹੜੀ ਹੈ ਮੌਸਮ ਦੀ ਅਸੀਂ ਪਾਉਂਦੇ ਆ ਲੇਕਿਨ ਕੋਰੀ ਖਾਲ ਆਮ ਜ਼ਿਆਦਾ ਮਕਦਾਰ ਵਿੱਚ ਇਸਤੇਮਾਲ ਕਰਨੇ ਆ ਅੱਛਾ ਅੰਕਲ ਜੀ ਅਗਰ ਕੋਈ ਨਵਾਂ ਬੰਦਾ ਕਾਰੋਬਾਰ ਆਖਰੀ ਸਵਾਲ ਹੈ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ ਯੰਗ ਜਿਹੜਾ ਵੇ ਉਹ ਤੁਹਾਡਾ ਕੀ ਖਿਆਲ ਹੈ ਉਹਨੂੰ ਇਸ ਕਾਰੋਬਾਰ 'ਚ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਲੇਕਿਨ ਹੁਣ ਜ਼ਮਾਨਾ ਮਤਲਬ ਗੋਹੇ ਕੋਲ ਲੋਕ ਮਜਬੂਰ ਹੋ ਗਏ ਦਿੰਦੇ ਨਹੀਂ ਹਾਂ ਠੀਕ ਆਉਣ ਨੂੰ ਜਿਹੜਾ ਮਰਜ਼ੀ ਬੰਦਾ ਆਏ ਉਹ ਬੰਦਾ ਤਨਖਾਹ ਦੇ ਤੋਂ ਵੀ ਕੰਮ ਨਹੀਂ ਕਰਨ ਦਿਆ ਤੇ ਕਿਹੜੇ ਬੰਦੇ ਵਾਲੇ ਕੰਮ 'ਚ ਕਾਮਯਾਬ ਨੇ ਕਿਉਂਕਿ ਕੁਝ ਲੋਕ ਅੱਜ ਕੱਲ ਸੋਚਦੇ ਨੇ ਸਾਰੀ ਦੁਨੀਆ ਹੀ ਕਾਮਯਾਬ ਹੈ ਐ ਨਹੀਂ ਕਿ ਫਲਾਣਾ ਆਦਮੀ ਨਹੀਂ ਕਾਮਯਾਬ ਸਾਰੀ ਦੁਨੀਆ ਕਾਮਯਾਬ ਹੈ ਜੇ ਦਿਲ ਜੋਈ ਨਾਲ ਕੰਮ ਕਰੇ ਹੂੰ ਜੇ ਦਿਲ ਜੋਈ ਨਾਲ ਕੰਮ ਨਹੀਂ ਕਰਨਾ ਵੇ ਲੈਂਦੀਆਂ ਗਿਨਾ ਮਾਰਨੀਆਂ ਗਿਨਾ ਨੇ ਬੇਟਾਈਮੇ ਪੱਠੇ ਨਹੀਂ ਮੈਂ ਇਸਤੇਮਾਲ ਕੀਤੇ ਇਹਨਾਂ ਵਾਸਤੇ ਪੱਠੇ ਚਾਹੀਦੇ ਨੇ ਇੱਕ ਐਸੀ ਚੀਜ਼ ਹੈ ਕਿ ਜਿਹੜਾ ਇਨਸਾਨ ਦਾ ਕੋੜਿਆਂ ਦੇ ਕੋੜ ਗਵਾਹੜ ਦਾ ਪੁੱਤਰਾ ਦੁੱਧ ਕੋੜ ਗਵਾਹਦਾ ਆ ਜੰਗਲੀ ਨੇ ਨਾ ਜੰਗਲੀ ਉਹ ਆਂਦੇ ਨੇ ਮੱਝੀ ਦਾ ਦੁੱਧ ਕੋੜਿਆਂ ਦੇ ਕੋੜ ਗਵਾਹੜ ਦਾ ਕੋੜਿਆਂ ਪੀਂਦੇ ਹੀ ਦੇ ਨਹੀਂ ਲੋਕ ਕੋੜਿਆਂ ਦੇ ਕੋੜ ਨਾ ਕੰਮ ਕਰਦੇ ਨਾ ਪੀਂਦੇ ਗੱਲ ਖਤਮ ਇਹ ਜਿਹੜੇ ਜਾਨਵਰ ਨੇ ਹਾਂ ਇਹ ਮਦਰਾੜ ਖਾ ਕੇ ਤੇ ਮਰ ਗਏ ਮਦਰਾੜ ਖਾ ਕੇ ਮਰ ਗਏ ਹੈ ਐਸੇ ਤਰ੍ਹਾਂ ਦੀਆਂ ਵੈਕਸੀਨਾਂ ਜਿਹੜੀਆਂ ਗਲਤ ਮਤਲਬ ਮੁਲਕ ਦੇ ਵਿੱਚ ਆਉਂਦੀਆਂ ਨੇ 2 ਨੰਬਰ ਉਹਨਾਂ ਦੀ ਵਜ੍ਹਾ ਨਾਲ ਮਸਲਾ ਖਰਾਬ ਹੋ ਜਾਂਦਾ ਜੀ ਜੀ ਲੇਕਿਨ ਅਸੀਂ ਤਾਂ ਸਾਰਾ ਇੰਟਰਵਿਊ ਵਿੱਚ ਲਾਇਆ ਪਰਾਲੀ ਤੇ ਪਰਾਲੀ ਸਾਨੂੰ ਨੁਕਸਾਨ ਦਿੰਦੀ ਹੈ। ਲੇਕਿਨ ਮਜਬੂਰੀ ਦੇ ਤਹਿਤ ਸਾਨੂੰ ਪਾਣੀ ਜਿਹੜੇ ਪਾਉਂਦੇ ਆ ਕੋਈ ਦਵਾਈਆਂ ਵੀ ਇਸਤੇਮਾਲ ਕਰਨੇ ਜੀ, ਜੀ। ਦੇਸੀ ਆਦਮੀ ਨਾ ਅਸੀਂ ਦੇਸੀ ਗੱਲ ਚੱਲਣਾ ਜਿਹੜੀ ਆਪੇ ਖੁਦ ਇਸਤੇਮਾਲ ਕਰਨੀ ਬਸ। ਇਹ ਜ਼ਮੀਨ ਗਿੱਲੀ ਹੈ ਨਾ ਅਸੀਂ ਡਰਦੇ ਹਾਂ ਜਿਹੜੀ ਨਾ ਦਵਾਈ ਦੇਣੀ ਸਾਨੂੰ ਪਤਾ ਕਿ ਮੌਸਮ ਖੁੱਲੇਗਾ ਗਰਮੀ ਹੋਵੇਗੀ ਥੋੜ੍ਹੀ ਹਰੀ ਫਿਰ ਅਸੀਂ ਦਵਾਈ ਦਵਾਂਗੇ ਦਵਾਈ ਖਾਰਜ ਹੋ ਜਾਏਗੀ ਅਗਰ ਜ਼ਮੀਨ ਗਿੱਲੀ ਹੈ ਨਾ ਰਾਤ ਨੂੰ ਜਿਹੜੇ ਡੰਗਰ ਨੇ ਬਹਿਣਾ ਨਾ ਪੈਰ ਰਾਤ ਤੋਂ ਬਾਅਦ ਠੰਡ ਹੋ ਜਾਂਦੀ ਜਦੋਂ ਠੰਡ ਹੋ ਜਾਂਦੀ ਦਵਾਈ ਅੰਦਰ ਬਹਿ ਜਾਂਦੀ ਡਾਕਟਰ ਕਦੇ ਵੀ ਨਹੀਂ ਮਸ਼ਵਰਾ ਦਿੰਦਾ ਜੀ ਜੀ ਨਹੀਂ ਨਾ ਦਿੰਦਾ ਕਿ ਪਿਆਰ ਰਾਤ ਤੋਂ ਬਾਅਦ ਇਹ ਸਾਡੇ ਕੋਲ ਚਨਾਹ ਵਗਣ ਡਿਆ ਹਾਂ ਠੰਡ ਹੋ ਜਾਂਦੀ ਹੈ ਤੇ ਚਨਾਹ ਜਿਹੜਾ ਨਾ ਇਹਦੀ ਆਵਾਜ਼ ਜਿਹੜੀ ਹੈ ਨਾ 12 ਕੋਹ ਤੱਕ ਜਾਂਦੀ ਹੈ ਚਨਾਹ ਸਾਡੇ ਕੋਲ 5 ਮੀਲ ਹੈ ਜੀ ਜੀ ਤੇ ਜਿਹੜਾ ਰਾਤ ਨੂੰ ਚੱਲਦਾ ਹੈ ਜਿਹੜਾ ਦੰਦਾ ਤੇ ਕਬਜਾ ਹਟਦਾ ਠੰਡ ਹੋ ਜਾਂਦੀ ਹੈ ਠੀਕ ਹੋ ਗਿਆ। ਸਰੋਂ ਦਾ ਤੇਲ ਜਿਹੜਾ ਅਲਰਜੀ ਨੂੰ ਪਾਉਂਦਾ ਠੀਕ ਹੈ ਸਰੋਂ ਦਾ ਤੇਲ ਅਲਰਜੀ ਨੂੰ ਖਤਮ ਕਰ ਦਿੰਦਾ ਬੰਦੇ ਇਨਸਾਨ ਦੀ ਨੂੰ ਵੀ ਅੱਛਾ ਹਾਂ ਲੇਕਿਨ ਸਰੋਂ ਦੇ ਤੇਲ ਦੇ ਵਿੱਚ ਵਿਟਾਮਿਨ ਸੀ ਹੁੰਦੀ ਏ ਤੇ ਜਿਸ ਵਕਤ ਇਨਸਾਨ ਆਪਣੇ ਜਿਸਮ ਨੂੰ ਲਾਉਂਦਾ ਤੇ ਬਿਮਾਰੀ ਇਹ ਹੋਰ ਖਤਮ ਹੋ ਜਾਂਦੀ ਅਸੀਂ ਡੰਗਰ ਨੂੰ 3 ਵਾਰੀ ਲਾਉਂਦੇ ਆ ਤੇਲ ਛੋਟੇ ਜਾਵਾਂ ਨੂੰ ਤੇ ਉਹਦੇ ਨਾਲ ਹੀ ਅੱਲਾ ਫਜ਼ਲ ਕਰ ਦਿੰਦਾ ਠੀਕ ਹੋ ਜਾਂਦਾ ਠੀਕ ਹੋ ਗਿਆ ਫਜ਼ਲ ਤੇ ਰੱਬ ਦਾ ਹੀ ਹੋਏ ਤੇ ਫਿਰ ਜੀ ਜੀ ਸਰ ਅੱਲਾ ਦੀ ਜ਼ਾਤ ਦਾ ਕਰਮ ਠੀਕ ਹੋ ਗਿਆ ਬੇਟਾ ਜੀ ਜ਼ਿੰਦਾਬਾਦ ਜੀ